ਸੁਣ ਸ਼ਬਦ ਵਿਚਾਰਾ, ਮਨ ਪੀਐ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਐ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਦਾਤੇ ਦਾ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਅੰਦਰ ਇੱਕ ਪ੍ਰੀਤ ਰੱਖ ਦਿੰਦੇ ਨੇ, ਪ੍ਰੀਤ ਦਾ ਗੁਣ ਅੰਦਰ ਭਰ ਦਿੰਦੇ ਨੇ। ਰੋਜ਼ਾਨਾ ਗੁਰਬਾਣੀ ਦਾ ਅਰਥਾਂ ਸਮੇਤ ਸਹਿਜ ਪਾਠ ਕਰਨ ਦਾ ਚਾਅ ਅੰਦਰ ਬਣਦਾ ਹੈ। ਤੁਸੀਂ ਉਡੀਕਦੇ ਹੋ। ਅੱਜ ਦੇ ਮਾਡਰਨ ਟੈਕਨੋਲੋਜੀ ਦੇ ਯੁੱਗ ਵਿੱਚ ਰੋਜ਼ਾਨਾ ਤੁਹਾਡੇ ਘਰ ਗੁਰਬਾਣੀ ਦੀ ਵਿਚਾਰ ਵੰਡਣ ਵਾਸਤੇ ਪਹੁੰਚਦਾ ਹਾਂ। ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਅੱਜ ਆਪਾਂ ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 507 ਦੇ ਉੱਪਰ ਅੰਕਿਤ ਗੋਜਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਇਹ ਅਸ਼ਟਪਦੀ ਹੈ। ਆਓ ਕਰੀਏ ਦੀਦਾਰ ਜੀ। ਗੋਜਰੀ ਮਹੱਲਾ ਪੰਜਵਾਂ, ਘਰ ਦੂਜਾ। ਗੋਜਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਸ਼ਬਦ ਹੈ 8 ਪਦਿਆਂ ਦਾ। ਸਵਰ ਤਾਲ ਦੇ ਭੇਦ ਅਨੁਸਾਰ ਦੂਜੇ ਘਰ ਵਿੱਚ ਗਾਉਣ ਦਾ ਹੁਕਮ ਹੈ। ਸ਼ੁਰੂਆਤ ਵਿੱਚ ਮੂਲ ਮੰਤਰ ਦਾ ਸੰਖੇਪ ਸਰੂਪ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਇੱਕ ਹੈ, ਇੱਕ ਰਸ ਵਿਆਪਕ ਹੈ, ਸ਼ਕਤੀਆਂ ਬਣ ਕੇ, ਨਿਜ਼ਮ ਬਣ ਕੇ, ਗੁਣ ਬਣ ਕੇ ਤੇ ਸੱਚਾ ਗਿਆਨ ਬਣ ਕੇ ਸਤਿਗੁਰ ਸਰੂਪ ਦੇ ਵਿੱਚ ਹਰ ਥਾਂ ਤੇ ਹਾਜ਼ਰ ਨਾਜ਼ਰ ਹੈ। ਹਰ ਵਰਤਾਰੇ ਵਿੱਚੋਂ ਸਿੱਖਿਆ ਜਾ ਸਕਦਾ ਹੈ। ਉਹ ਜੋ ਸਿੱਖਿਆ ਜਾਂਦਾ ਹੈ ਉਹ ਸੱਚਾ ਗਿਆਨ ਹੈ। ਉਸ ਸੱਚਾ ਗਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਹੈ। ਜਦੋਂ ਅਸੀਂ ਗੁਰਬਾਣੀ ਨੂੰ ਇਸ ਤਰੀਕੇ ਨਾਲ ਪੜ੍ਹਦੇ, ਸੁਣਦੇ, ਵਿਚਾਰਦੇ ਹਾਂ, ਗੁਰੂ ਸਾਹਿਬ ਕਹਿ ਕੀ ਰਹੇ ਨੇ, ਦੱਸ ਕੀ ਰਹੇ ਨੇ, ਉਹ ਜੋ ਸੱਚਾ ਗਿਆਨ ਹੈ ਉਹਨੂੰ ਖਿੜੇ ਮੱਥੇ ਮੰਨਾਂਗੇ, ਸੋਚ ਸੁਭਾਅ ਤੇ ਲਾਗੂ ਕਰਾਂਗੇ, ਪ੍ਰੈਕਟੀਕਲ ਜਿਉਵਾਂਗੇ ਤਾਂ ਉਹ ਸਤਿਗੁਰ ਸਰੂਪ ਦੀ ਕਿਰਪਾ ਹੋਏਗੀ, ਸਤਿਗੁਰ ਪ੍ਰਸਾਦ। ਹੁਣ ਇਹ ਜਿਹੜਾ ਸ਼ਬਦ ਹੈ, ਇਸ ਸ਼ਬਦ ਦਾ ਜੋ ਕਨਸੈਪਟ ਹੈ ਉਸ ਨੂੰ ਸਮਝਣਾ। ਮਨੁੱਖ ਦੀਆਂ ਲੋੜਾਂ ਨੇ ਤੇ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਬਾਹਰੋਂ ਸੋਰਸਸ ਲੱਭਦਾ ਹੈ ਤੇ ਜਿਸ ਵੀ ਬੰਦੇ ਤੋਂ ਉਸ ਨੂੰ ਆਪਣੀ ਲੋੜ ਪੂਰੀ ਹੁੰਦੀ ਹੈ ਉਹਨੂੰ ਆਪਣੇ ਆਪ ਨੂੰ ਵੱਡਾ, ਆਪਣੇ ਆਪ ਤੋਂ ਉਸ ਨੂੰ ਵੱਡਾ ਸਮਝਦਾ ਹੈ ਤੇ ਉਹਦੇ ਅੱਗੇ ਝੁਕਦਾ ਹੈ। ਫਿਰ ਜਦੋਂ ਇਹ ਆਪਣੇ ਅੰਦਰ ਸਵਾਰਥ ਪੈਦਾ ਕਰ ਲੈਂਦਾ ਹੈ, ਫਿਰ ਇਹ ਚਾਪਲੂਸੀਆਂ ਕਰਦਾ ਹੈ, ਮੁਥਾਜੀਆਂ ਕਰਦਾ ਹੈ। ਪਰ ਜੇ ਇਹਨੂੰ ਨਿਜ਼ਮ ਸਮਝ ਆ ਜਾਵੇ, ਰੱਬ ਦਾ ਨਿਜ਼ਮ, ਕਿ ਜਿੰਨੀਆਂ ਵੀ ਸਾਡੀਆਂ ਲੋੜਾਂ ਨੇ, ਨੋ ਡਾਊਟ ਉਹ ਇਸ ਯੂਨੀਵਰਸ ਵਿੱਚੋਂ, ਕੁਦਰਤ ਵਿੱਚੋਂ ਪੈਦਾ ਹੋਣੀਆਂ ਨੇ, ਪਰ ਆਖਰਕਾਰ ਕਰਤਾ ਤਾਂ ਉਹ ਦਾਤਾ ਆਪ ਹੈ। ਜਿਸ ਨੂੰ ਇਹ ਮਹਿਸੂਸ ਹੋ ਗਿਆ ਕਿ ਵਾਹਿਗੁਰੂ ਜੀ ਮੇਰੇ ਪਿਤਾ ਜੀ ਨੇ, ਮੇਰੇ ਪਿਤਾ ਜੀ ਸਭ ਤੋਂ ਵੱਡੇ ਅਮੀਰ ਨੇ, ਉਹਦੀਆਂ ਬੇਅੰਤ ਮੇਰੇ ਤੇ ਰਹਿਮਤਾਂ ਨੇ, ਉਹਦੇ ਬੇਅੰਤ ਮੇਰੇ ਤੇ ਤਰਸ ਕਰਕੇ ਉਹਨੇ ਗੁਣ ਦਿੱਤੇ ਹੋਏ ਨੇ, ਮੇਰੀ ਹਰ ਲੋੜ ਉਹ ਪੂਰੀ ਕਰਦੇ ਨੇ। ਮੇਰੇ ਲਈ ਸਭ ਤੋਂ ਉੱਤਮ ਵਾਹਿਗੁਰੂ ਜੀ ਨੇ। ਮੈਂ ਵਾਹਿਗੁਰੂ ਜੀ ਦਾ ਪੁੱਤਰ ਹਾਂ, ਵਾਹਿਗੁਰੂ ਜੀ ਦੀ ਧੀ ਹਾਂ, ਉਹ ਮੇਰੇ ਪਿਤਾ ਜੀ ਨੇ। ਇਸ ਤਰੀਕੇ ਨਾਲ ਵਾਹਿਗੁਰੂ ਜੀ ਨੂੰ ਸਭ ਤੋਂ ਉੱਤਮ ਮੰਨ ਕੇ ਉਸ ਅਹਿਸਾਸ ਦੇ ਵਿੱਚ ਬੜੇ ਪਿਆਰ ਰੰਗ ਵਿੱਚ ਆ ਕੇ ਇਹ ਸ਼ਬਦ ਉਚਾਰਿਆ ਗਿਆ। ਰਾਜਨ ਮਹਿ ਤੂੰ ਰਾਜਾ ਕਹੀਐ, ਭੂਮਨ ਮਹਿ ਭੂਮਾ। ਅਣਗਿਣਤ ਰਾਜੇ ਨੇ ਇਸ ਦੁਨੀਆ ਤੇ ਹੋਏ, ਪਰ ਉਹਨਾਂ ਦੇ ਕੋਲ ਜੋ ਰਾਜ ਭਾਗ, ਜੋ ਕੁਛ ਵੀ ਸੀ, ਕਿਸ ਤੋਂ ਮਿਲਿਆ? ਦਾਤੇ ਤੋਂ। ਤੇ ਮੇਰੇ ਦਾਤਾ ਜੀ ਵਾਹਿਗੁਰੂ ਜੀ ਮੇਰੇ ਪਿਤਾ ਜੀ ਨੇ, ਤੇ ਮੇਰੇ ਪਿਤਾ ਸਾਰੇ ਰਾਜਿਆਂ ਤੋਂ ਵੱਡੇ ਰਾਜੇ ਨੇ। ਭੂਮਨ, ਭੂਮਨ ਹੁੰਦਾ ਭੂਮੀ ਦਾ ਮਾਲਕ, ਜਿਹਦੇ ਕੋਲ ਜ਼ਮੀਨ ਹੈ ਬਹੁਤ ਸਾਰੀ, ਲੈਂਡਲॉर्ड। ਉਹ ਜਿਹੜੀ ਜ਼ਮੀਨ ਹੈ ਕਿਹਦੀ ਹੈ? ਦਾਤੇ ਦੀ ਹੈ। ਤੇ ਸਾਰੀ ਧਰਤੀ ਉਹਦੀ ਹੈ, ਤੇ ਸਭ ਤੋਂ ਵੱਡਾ ਲੈਂਡਲॉर्ड ਮੇਰਾ ਪ੍ਰਭੂ ਮੇਰੇ ਪਿਤਾ ਜੀ ਨੇ। ਭੂਮਨ ਮੈਂ ਭੂਮਾ। ਜ਼ਮੀਨਾਂ ਦੇ ਮਾਲਕਾਂ ਤੋਂ ਵੀ ਕਿਤੇ ਵੱਡੀ ਜ਼ਮੀਨ ਦਾ ਮਾਲਕ, ਕਿਉਂਕਿ ਸਾਰੀ ਧਰਤੀ ਰੱਬ ਦੀ ਹੈ। ਠਾਕੁਰ ਮੈਂ ਠੁਕਰਾਈ ਤੇਰੀ, ਠਾਕੁਰ ਮੈਂ
ਠਾਕੁਰਾਈ ਤੇਰੀ ਕੋਮਨ ਸਿਰ ਕੋਮਾ। ਠਾਕੁਰ ਠਾਕੁਰ ਹੁੰਦਾ ਸੀ ਸਰਦਾਰ, ਜਿਹਦੀ ਸਰਦਾਰੀ ਚੱਲਦੀ ਹੈ ਇਲਾਕੇ ਵਿੱਚ। ਪਰ ਉਹ ਜਿਨ੍ਹਾਂ ਗੁਣਾਂ ਕਰਕੇ, ਜਿਹੜੇ ਟੈਲੈਂਟ ਕਰਕੇ ਉਹਨੂੰ ਸਰਦਾਰ ਥਾਪਿਆ ਗਿਆ ਹੈ, ਉਹ ਟੈਲੈਂਟ, ਉਹ ਗੁਣ ਤਾਂ ਦਾਤੇ ਦੇ ਦਿੱਤੇ ਹੋਏ ਨੇ। ਇਸ ਲਈ ਸਭ ਤੋਂ ਵੱਡਾ ਠਾਕੁਰ, ਸਭ ਤੋਂ ਵੱਡਾ ਮਾਲਕ, ਸਭ ਤੋਂ ਵੱਡਾ ਸਰਦਾਰ ਤੇ ਮੇਰਾ ਪ੍ਰਭੂ ਪਿਤਾ ਹੈ। ਕੋਮਨ, ਉੱਚੀ ਕੁੱਲ ਵਾਲਾ। ਵੈਸੇ ਪੁਰਾਤਨ ਸਮਿਆਂ ਦੇ ਵਿੱਚ ਜਦੋਂ ਕੋਈ ਚੰਗੇ ਗੁਣ ਹੁੰਦੇ ਸੀ, ਜਿਹਦੇ ਕੋਲੇ ਚੰਗੇ ਕੰਮ ਕਰਦਾ ਸੀ, ਅੱਗੋਂ ਦੇ ਪੁੱਤਰ ਨੇ ਚੰਗੇ ਕੰਮ ਕੀਤੇ, ਉਹ ਖਾਨਦਾਨੀ ਚੰਗੇ ਕੰਮ ਕਰਨ ਵਾਲਾ ਸੀ, ਉਸ ਨੂੰ ਉੱਚੀ ਕੁੱਲ ਵਾਲਾ ਕਹਿੰਦੇ ਸੀ। ਪਰ ਚੰਗੇ ਕੰਮ ਕਰਨੇ, ਗੁਣ, ਟੈਲੈਂਟ, ਇਹ ਸਭ ਦਾਤੇ ਦਾ ਦਿੱਤਾ ਹੋਇਆ ਹੈ। ਇਸ ਲਈ ਮੇਰੇ ਪ੍ਰਭੂ ਜੀ ਉੱਚੀ ਕੁੱਲ ਵਾਲਿਆਂ ਤੋਂ ਵੀ ਸਭ ਤੋਂ ਉੱਚੀ ਕੁੱਲ ਵਾਲੇ ਨੇ। ਕਿਉਂਕਿ ਜੇ ਕੋਈ ਉੱਚੀ ਕੁੱਲ ਵਾਲਾ ਕਹਾ ਰਿਹਾ ਹੈ ਤਾਂ ਉਹ ਦਾਤੇ ਦੀਆਂ ਰਹਿਮਤਾਂ ਕਰਕੇ, ਦਾਤੇ ਦੀਆਂ ਦਾਤਾਂ ਕਰਕੇ ਕਹਾ ਰਿਹਾ। ਜੇ ਕੋਈ ਇੱਥੇ ਸਰਦਾਰ ਠਾਕੁਰ ਕਹਾ ਰਿਹਾ ਤੇ ਦਾਤੇ ਦੀ ਦਿੱਤੀ ਹੋਈਆਂ ਦਾਤਾਂ ਕਰਕੇ। ਕੋਈ ਰਾਜਾ ਹੈ, ਉਹਦਾ ਖਜ਼ਾਨਾ ਦਾਤੇ ਨੇ ਦਿੱਤਾ ਹੈ। ਕਿਸੇ ਕੋਲ ਜ਼ਮੀਨ ਹੈ, ਜ਼ਮੀਨ ਰੱਬ ਦੀ ਹੈ। ਇਸ ਲਈ ਪਿਤਾ ਮੇਰੋ ਵੱਡੋ ਧਨੀ ਅਗੰਮਾ। ਮੇਰੇ ਪਿਤਾ ਪ੍ਰਭੂ ਜੀ ਸਭ ਤੋਂ ਵੱਡੇ ਅਮੀਰ ਨੇ, ਧਨੀ ਨੇ, ਅਗੰਮਾ ਪਹੁੰਚ ਤੋਂ ਪਰੇ ਨੇ, ਉਹ ਬਿਆੰਤ ਨੇ। ਆਹਾ, ਇਸ ਨੂੰ ਜਿਉਣਾ ਹੈ ਹਰ ਵੇਲੇ ਮਹਿਸੂਸ ਕਰਕੇ। ਇਸ ਅਹਿਸਾਸ ਦੇ ਵਿੱਚ ਅੰਦਰ ਸ਼ੁਕਰਾਨਾ, ਅੰਦਰ ਇੱਕ ਆਨੰਦ, ਅੰਦਰ ਇੱਕ ਸੰਤੁਸ਼ਟੀ। ਉਸਤਤ ਕਵਨ ਕਰੀ ਜੈ ਕਰਤੇ, ਵੇਖ ਰਹੇ ਬਿਸਮਾ ਰਹਾਓ। ਸੈਂਟਰਲ ਆਈਡੀਆ ਹੈ ਸ਼ਬਦ ਦਾ। ਮੇਰੇ ਪਿਤਾ ਜੀ ਅਮੀਰ ਹੈ, ਉਹਦੀ ਕਿਹੜੀ ਕਿਹੜੀ ਮੈਂ ਵਡਿਆਈ ਕਰਾਂ। ਉਸਤਤ ਕਵਨ ਕਰੀ ਜੈ ਕਰਤੇ, ਉਸ ਕਰਤੇ ਦੀ ਕਿਹੜੀ ਕਿਹੜੀ ਵਡਿਆਈ ਕਰਾਂ। ਉਹਦੇ ਕੌਤਕਾਂ ਨੂੰ ਦੇਖ ਕੇ ਵਿਸਮਾ, ਆਹਾ, ਅਚਰਜ ਰਹਿ ਜਾਂਦਾ ਹਾਂ। ਇੱਥੇ ਮੈਂ ਬੇਨਤੀ ਕਰਾਂ, ਹਰ ਸੀਨ ਦੇ ਪਿੱਛੇ ਦਾਤੇ ਦਾ ਕੌਤਕ ਹੈ। ਜਪਜੀ ਸਾਹਿਬ ਵਿੱਚ ਜਿਹੜੇ ਅਸੀਂ 5 ਖੰਡ ਪੜ੍ਹਦੇ ਹਾਂ, ਜਿਉਂ-ਜਿਉਂ ਗੁਰਬਾਣੀ ਨੂੰ ਜਿਉਵਾਂਗੇ ਸਾਡੇ ਸੁਭਾਅ ਦਾ ਲੈਵਲ ਉੱਚਾ ਹੋਏਗਾ। ਸਾਡੀ ਸੋਚ, ਸਾਡਾ ਦ੍ਰਿਸ਼ਟੀਕੋਣ, ਸਾਡਾ ਨਜ਼ਰੀਆ, ਪ੍ਰਸਪੈਕਟਿਵ, ਪੁਆਇੰਟ ਆਫ ਵਿਊ, ਇਹ ਉੱਚੀ ਹੋਏਗੀ ਸੋਚ। ਜਦੋਂ ਇਹ ਸੁਭਾਅ ਤੇ ਸੋਚ ਦਾ ਲੈਵਲ ਉੱਚਾ ਹੋਏਗਾ ਤਾਂ ਸਾਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਏਗਾ। ਧਰਮਖੰਡ, ਜਦੋਂ ਜ਼ਿੰਮੇਵਾਰੀਆਂ ਨਿਭਾਵਾਂਗੇ ਫਿਰ ਉਹਦੇ ਲਈ ਸਰਮਖੰਡ, ਸਰਮ ਉਦਮ, ਹਰ ਵੇਲੇ ਪਰਉਪਕਾਰ ਲਈ ਉਦਮੀ, ਚੰਗੇ ਕੰਮਾਂ ਲਈ ਉਦਮੀ। ਉਹਦੇ ਵਿੱਚੋਂ ਪ੍ਰੈਕਟੀਕਲ ਜਿਉਂ ਕਿ ਜਿਹੜਾ ਗਿਆਨ ਆਏਗਾ, ਅੰਦਰੋਂ ਸੋਝੀ ਆਏਗੀ, ਅਨੁਭਵਤਾ ਆਏਗੀ। ਉਸ ਅਨੁਭਵਤਾ ਵਿੱਚ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਪਤਾ ਲੱਗੇਗਾ ਜੋ ਵਰਤਾਰੇ ਵਰਤ ਰਹੇ ਨੇ, ਹਰ ਵਰਤਾਰੇ ਵਿੱਚ ਮੇਰੇ ਪ੍ਰਭੂ ਦਾ, ਮੇਰੇ ਪਿਤਾ ਜੀ ਦਾ ਕੋਈ ਨਾ ਕੋਈ ਕੌਤਕ ਚੱਲ ਰਿਹਾ। ਤੇ ਉਹਨਾਂ ਕੌਤਕਾਂ ਨੂੰ ਦੇਖ ਦੇਖ ਕੇ ਫਿਰ ਤਿੱਥੈ ਨਾਦ ਵਿਨੋਦ ਕੋਡ ਆਨੰਦ। ਉਹ ਤਾਂ ਫਿਰ ਆਨੰਦ ਦੇ ਤਮਾਸ਼ੇ ਨੇ। ਆਨੰਦ ਹੀ ਆਨੰਦ ਹੈ। ਕਿਹੜੀ ਕਿਹੜੀ ਉਹਦੀ ਵਡਿਆਈ ਕਰਾਂ। ਉਹਦੇ ਕੌਤਕਾਂ ਨੂੰ ਦੇਖ ਕੇ, ਉਹਦੀਆਂ ਰਹਿਮਤਾਂ ਨੂੰ ਦੇਖ ਕੇ ਮਨ ਬਿਸਮਾਤਤਾ ਵਿੱਚ ਆ ਜਾਂਦਾ ਹੈ। ਬਿਸਮਾ, ਅਚਰਜ ਹੋ ਜਾਂਦਾ, ਹੈਰਾਨ ਹੋ ਜਾਂਦਾ। ਰਹਾਉ ਸੈਂਟਰਲ ਆਈਡੀਆ ਹੈ। ਸੁਖੀਅਨ ਮਹਿ ਸੁਖੀਆ ਤੂੰ ਕਹੀਏ, ਦਾਤਨ ਸਿਰ ਦਾਤਾ। ਦੁਨੀਆ ਤੇ ਕੋਈ ਸੁਖੀ ਦਿਖਾਈ ਦੇ ਰਿਹਾ, ਉਹ ਆਪਣੀਆਂ ਸੁੱਖ ਸਹੂਲਤਾਂ ਕਰਕੇ ਦਿਖਾਈ ਦੇ ਰਿਹਾ, ਪਰ ਉਹ ਸਾਰੀਆਂ ਸੁੱਖ ਸਹੂਲਤਾਂ ਕਿਹਦੀਆਂ ਨੇ? ਦਾਤੇ ਦੀਆਂ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ। ਇਸ ਲਈ ਸਭ ਤੋਂ ਵੱਡਾ ਸੁਖੀਆਂ ਵਿੱਚੋਂ ਸੁਖੀ ਤਾਂ ਮੇਰਾ ਪ੍ਰਭੂ ਪਿਤਾ ਹੈ। ਅਸੀਂ ਉਸ ਪ੍ਰਭੂ ਪਿਤਾ ਦੇ ਪੁੱਤਰ ਧੀਆਂ ਹਾਂ। ਆਖੋ ਵਾਹਿਗੁਰੂ। ਕੋਈ ਦਾਨ ਕਰਦਾ ਹੈ, ਉਹ ਜਿਹੜਾ ਦਾਨ ਕਰ ਰਿਹਾ, ਕਿਹਦੀਆਂ ਦਿੱਤੀਆਂ ਦਾਤਾਂ ਦਾ ਦਾਨ ਕਰ ਰਿਹਾ? ਦਾਤੇ ਦੀਆਂ ਦਾਤਾਂ ਦਾ। ਇਸ ਲਈ ਮੇਰੇ ਦਾਤਾ ਪ੍ਰਭੂ ਪਿਤਾ ਜੀ ਸਭ ਤੋਂ ਵੱਡੇ ਦਾਤਾ ਨੇ, ਦੁਨੀਆ ਦੇ ਦਾਨਿਆਂ ਨਾਲੋਂ ਵੀ ਵੱਡੇ ਦਾਨੀ ਨੇ। ਤੇਜਨ ਮੈਂ ਤੇਜਵੰਸੀ ਕਹੀਏ, ਰਸੀਅਨ ਮਹਿਰਾਤਾ। ਤੇਜ, ਪ੍ਰਤਾਪ, ਕਿਸੇ ਦੇ ਅੱਗੇ 4 ਸਪੇਰੇ ਬਾਡੀਗਾਰਡ ਨੇ, ਲੋਕ ਝੁਕਦੇ ਨੇ, ਉਹਦਾ ਪ੍ਰਤਾਪ ਹੈ। ਕੋਈ ਗਿਆਨਵਾਨ ਹੈ, ਉਹਦੇ ਗਿਆਨ ਤੋਂ ਪ੍ਰਭਾਵਿਤ ਹੋ ਕੇ ਝੁਕਦੇ ਨੇ, ਉਹ ਵੀ ਪ੍ਰਤਾਪ ਹੈ। ਕੋਈ ਗੁਣਵਾਨ ਹੈ, ਰੱਬ ਦੀ ਯਾਦ ਵਿੱਚ ਭਿੱਜਿਆ ਰਹਿੰਦਾ ਹੈ, ਉਸ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਦੇ ਕਰਕੇ ਲੋਕ ਸਤਿਕਾਰ ਕਰਦੇ ਨੇ, ਉਹ ਵੀ ਉਹਦਾ ਪ੍ਰਤਾਪ ਹੈ। ਪਰ ਇਹ ਸਾਰਾ ਪ੍ਰਤਾਪ ਤਾਂ ਦਾਤੇ ਦਾ ਦਿੱਤਾ ਹੈ।
ਇਸ ਲਈ ਜਿੰਨੇ ਜਿੰਨੇ ਲੋਕ ਵੱਖ-ਵੱਖ ਤਰ੍ਹਾਂ ਦਾ ਇੰਪ੍ਰੈਸ਼ਨ ਰੱਖਣ ਵਾਲੇ ਲੋਕਾਂ ਤੇ ਇੰਪੈਕਟ ਆਟੋਮੈਟਿਕਲੀ ਜਿਨ੍ਹਾਂ ਦਾ ਇੰਪੈਕਟ ਪੈਂਦਾ ਹੈ, ਜਿਨ੍ਹਾਂ ਦਾ ਪ੍ਰਤਾਪ ਹੈ, ਜਿਨ੍ਹਾਂ ਦਾ ਇੱਕ ਔਰਾ ਹੈ, ਆਭਾ ਮੰਡਲ ਹੈ, ਆਟੋਮੈਟਿਕਲੀ ਪ੍ਰਭਾਵ ਪੈਂਦਾ ਹੈ। ਇਹ ਸਾਰਾ ਤਾਂ ਦਾਤੇ ਦਾ ਦਿੱਤਾ ਹੈ। ਇਸ ਲਈ ਸਭ ਤੋਂ ਵੱਡੇ ਪ੍ਰਤਾਪ ਵਾਲੇ ਤਾਂ ਮੇਰੇ ਪ੍ਰਭੂ ਪਿਤਾ ਜੀ ਹਨ। ਰਸੀਨ ਮਹਿਰਾਤਾ, ਕੋਈ ਦੁਨਿਆਵੀ ਰਸ ਮਾਣਦਾ ਹੈ, ਕੋਈ ਗੁਰੂ ਦੇ ਰਸ ਮਾਣਦਾ ਹੈ, ਰੱਬ ਦੇ ਰਸ ਮਾਣਦਾ ਹੈ। ਉਹ ਜੋ ਵੀ ਰਸ ਮਾਣੇ ਜਾ ਰਹੇ ਨੇ ਉਹ ਦਾਤੇ ਦੀਆਂ ਦਿੱਤੀਆਂ ਹੋਈਆਂ ਰਹਿਮਤਾਂ, ਬਖਸ਼ਿਸ਼ਾਂ ਤੇ ਦਾਤਾਂ ਵਿੱਚੋਂ ਨਿਕਲਦੇ ਨੇ। ਇਸ ਲਈ ਉਹ ਰਸੀਏ ਜਿਹੜੇ ਰਸ ਮਾਣਦੇ ਨੇ ਉਹਨਾਂ ਵਿੱਚ ਵੀ ਉਸੇ ਦੇ ਹੀ ਵਰਤਾਰੇ ਨੇ। ਸਾਰੇ ਰਸ ਮਾਣਨ ਵਾਲਿਆਂ ਵਿੱਚੋਂ ਸਭ ਤੋਂ ਵੱਡਾ ਰਸੀਅਨ ਰਸ ਦਾ ਖਜ਼ਾਨਾ ਤਾਂ ਦਾਤਾ ਆਪ ਹੈ। ਉਹ ਮੇਰੇ ਪ੍ਰਭੂ ਪਿਤਾ ਜੀ ਹਨ। ਕਿੰਨਾ ਕੌਨਫੀਡੈਂਸ ਬਣੇਗਾ, ਇੱਕ ਵਿਲ ਪਾਵਰ ਬਣੇਗੀ ਜੇ ਮਹਿਸੂਸ ਹੋਵੇ ਮੇਰੇ ਪ੍ਰਭੂ ਪਿਤਾ ਜੀ ਕਿਤਨੇ ਬੇਅੰਤ ਮਹਾਨ ਨੇ ਤੇ ਮੈਂ ਉਹਨਾਂ ਦਾ ਪੁੱਤਰ ਹਾਂ, ਉਹਨਾਂ ਦੀ ਧੀ ਹਾਂ। ਸੂਰਨ ਮਹਿ ਸੂਰਾ ਤੂੰ ਕਹੀਐ, ਭੋਗਨ ਮਹਿ ਭੋਗੀ। ਜਿੰਨੇ ਸੂਰਮੇ ਨੇ, ਬਹਾਦਰ ਨੇ, ਯੋਧੇ ਨੇ, ਉਹਨਾਂ ਦੇ ਅੰਦਰ ਸੂਰਮਗਤੀ, ਉਹਨਾਂ ਦੇ ਅੰਦਰ ਤਾਕਤ, ਉਹਨਾਂ ਦੇ ਅੰਦਰ ਦਲੇਰੀ, ਜੋਸ਼, ਜਜ਼ਬਾ ਤਾਂ ਦਾਤੇ ਦਾ ਦਿੱਤਾ ਹੈ। ਇਸ ਲਈ ਸਾਰੇ ਸੂਰਮਿਆਂ ਤੋਂ ਵੱਡਾ ਸੂਰਮਾ ਤਾਂ ਮੇਰਾ ਪ੍ਰਭੂ ਪਿਤਾ ਹੈ। ਸੂਰਮਿਆਂ ਤੋਂ ਸੂਰਮਾ ਖਵਾਉਂਦਾ ਹੈ। ਸੂਰਨ ਮੈਂ ਸੂਰਾ ਤੋਂ ਕਹੀ ਹੈ। ਜੋ ਦਾਤੇ ਦੇ ਪਿਆਰ ਉਹਦੇ ਨਾਮ ਰਸ ਵਿੱਚ ਭਿੱਜਦਾ ਉਹ ਵੀ ਸੂਰਮਾ ਬਣ ਜਾਂਦਾ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਏ ਤਾਂ ਹੈ ਸੂਰਾ। ਭੋਗਨ ਮੈਂ ਭੋਗੀ, ਜਿਹੜੇ ਦੁਨਿਆਵੀ ਰਸ ਭੋਗਣ ਜਾਂਦੇ ਨੇ ਉਹਨਾਂ ਦੇ ਅੰਦਰ ਵੀ ਮੇਰਾ ਪ੍ਰਭੂ ਪਿਤਾ ਜੀ ਬੈਠੇ ਨੇ। ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ, ਜੋਗਨ ਮਹਿ ਜੋਗੀ। ਵੱਡਾ ਗ੍ਰਸਤੀ ਕਿਹਨੂੰ ਕਹਿੰਦੇ ਨੇ? ਜਿਹਦਾ ਬਹੁਤ ਵੱਡਾ ਪਰਿਵਾਰ ਹੁੰਦਾ ਤੇ ਬਹੁਤ ਵਧੀਆ ਪਰਿਵਾਰ ਨੂੰ ਚਲਾਉਂਦਾ ਹੈ। ਤੇ ਸਭ ਤੋਂ ਵੱਡਾ ਪਰਿਵਾਰ ਤਾਂ ਮੇਰੇ ਪ੍ਰਭੂ ਪਿਤਾ ਦਾ। ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਉਹ ਸਾਰਿਆਂ ਤੋਂ ਵੱਡਾ ਗ੍ਰਸਤੀ ਹੈ। ਜੋਗਨ ਮਹਿ ਜੋਗੀ, ਜਿਹੜੇ ਜੁੜਦੇ ਨੇ ਉਹਦੇ ਪਿਆਰ ਵਿੱਚ ਭਿੱਜਦੇ ਨੇ, ਉਹ ਖੁਦ ਸਭ ਤੋਂ ਵੱਡਾ ਜੋਗੀ ਆਪ ਹੈ, ਕਿਉਂਕਿ ਸਭ ਕੁਝ ਉਹੀ ਬਣ ਰਿਹਾ ਮੇਰੇ ਪ੍ਰਭੂ ਪਿਤਾ ਜੀ। ਇਹ ਮਹਿਸੂਸ ਕਰਾਇਆ, ਇੱਕ ਅਹਿਸਾਸ, ਮੈਂ ਵੱਡੇ ਪ੍ਰਭੂ ਪਿਤਾ ਦਾ ਪੁੱਤਰ, ਉਹਦੀ ਧੀ ਹਾਂ। ਕਰਤਨ ਮਹਿ ਤੂੰ ਕਰਤਾ ਕਹੀਐ, ਆਚਾਰਨ ਮਹਿ ਆਚਾਰੀ। ਕੋਈ ਕੁਝ ਕਰ ਰਿਹਾ ਹੈ, ਉਦਮ ਕਰ ਰਿਹਾ, ਉਹਦਾ ਰਿਜ਼ਲਟ ਆ ਰਿਹਾ। ਜਿੰਨੇ ਵੀ ਕੋਈ ਕੰਮ ਕਰ ਰਹੇ ਨੇ ਉਹਦਾ ਰਿਜ਼ਲਟ ਆ ਰਿਹਾ, ਉਹ ਸਾਰੀ ਉਹਦੀ ਦਿੱਤੀ ਤਾਕਤ, ਉਹਦੀ ਦਿੱਤੀ ਰਹਿਮਤ, ਉਹਦਾ ਦਿੱਤਾ ਉਦਮ, ਉਹਦੀਆਂ ਦਾਤਾਂ, ਉਹਦੇ ਗੁਣਾ ਕਰਕੇ ਹੋ ਰਿਹਾ। ਇਸ ਲਈ ਸਭ ਤੋਂ ਕਰਤਾ ਤਾਂ ਆਪ ਹੈ। ਇਸ ਨੂੰ ਸਮਝਿਓ। ਜਦੋਂ ਅਸੀਂ ਕਰਤਾ ਪੁਰਖ ਨੂੰ ਮਹਿਸੂਸ ਕਰਨਾ ਹੈ ਤਾਂ ਰੱਬ ਹਰ ਇੱਕ ਨੂੰ ਕੋਈ ਨਾ ਕੋਈ ਟੈਲੈਂਟ ਦਿੰਦਾ ਹੈ। ਅਸੀਂ ਉਹ ਕੰਮ ਕਰ ਨਹੀਂ ਸਕਦੇ, ਉਹ ਬੜਾ ਸੌਖਾ ਕਰ ਦਿੰਦਾ ਹੈ, ਉਹ ਕਮਾਲ ਕਰ ਦਿੰਦਾ ਹੈ। ਤੇ ਉਹ ਜੋ ਕਰਦਾ ਹੈ ਉਹਦੀ ਸਤਾ ਹਰ ਇੱਕ ਦੇ ਅੰਦਰ ਹੈ। ਜਦੋਂ ਕਿਸੇ ਦਾ ਟੈਲੈਂਟ ਦੇਖੋ ਤੇ ਕਰਤਾ ਪੁਰਖ ਦੀ ਝਲਕ ਹੈ। ਸਭ ਤੋਂ ਉੱਤਮ ਕਰਤਾ ਤਾਂ ਮੇਰੇ ਪ੍ਰਭੂ ਪਿਤਾ ਕਰਤਾ ਪੁਰਖ ਜੀ ਆਪ ਨੇ। ਆਚਰਨ ਮਹਿ ਆਚਾਰੀ, ਇਹ ਚੰਗੇ ਕੰਮਾਂ ਨੂੰ ਵੀ ਆਚਰਨ ਕਹਿੰਦੇ ਨੇ ਤੇ ਧਾਰਮਿਕ ਰਸਮਾਂ ਰਿਵਾਜਾਂ ਨੂੰ ਵੀ ਆਚਰਨ ਕਹਿੰਦੇ ਨੇ। ਜਿਹੜਾ ਧਾਰਮਿਕ ਰਸਮਾਂ ਰਿਵਾਜਾਂ ਨਿਭਾ ਕੇ ਉਹਦੇ ਚੋਂ ਕੋਈ ਸਿੱਖ ਕੇ ਉੱਚਾ ਆਚਰਨ ਲੈ ਲੈਂਦਾ ਹੈ, ਉਹਨੂੰ ਕਹਿੰਦੇ ਬਹੁਤ ਚੰਗੇ ਜੀਵਨ ਵਾਲਾ ਹੈ। ਪਰ ਉਹ ਸਭ ਕੁਝ ਕਿਤੋਂ ਮਿਲਿਆ? ਦਾਤੇ ਪ੍ਰਭੂ ਤੋਂ। ਇਸ ਲਈ ਸਭ ਤੋਂ ਉੱਚਾ ਆਚਰਨ ਵਾਲਾ ਤਾਂ ਪ੍ਰਭੂ ਪਿਤਾ ਜੀ ਆਪ ਨੇ। ਸ਼ਾਹਨ ਮਹਿ ਤੂੰ ਸਾਚਾ ਸ਼ਾਹ, ਵਾਪਾਰਨ ਮਹਿ ਵਾਪਾਰੀ। ਸ਼ਾਹ ਹੁੰਦਾ ਅਮੀਰ। ਅਮੀਰ ਦਾਤੇ ਦੀਆਂ ਦਿੱਤੀਆਂ ਹੋਈਆਂ ਦਾਤਾਂ ਕਰਕੇ ਹੈ। ਇਸ ਲਈ ਮੇਰੇ ਦਾਤਾ ਪ੍ਰਭੂ ਪਿਤਾ ਜੀ ਸਭ ਤੋਂ ਵੱਡੇ ਸ਼ਾਹ ਨੇ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾ। ਉਹ ਤਾਂ ਸਭ ਤੋਂ ਵੱਡਾ ਸ਼ਾਹੂਕਾਰ ਹੈ ਮੇਰੇ ਪ੍ਰਭੂ ਪਿਤਾ ਜੀ। ਕੋਈ ਵਪਾਰ ਕਰਦੇ ਨੇ, ਫਿਰ ਉਹਨਾਂ ਦਾ ਕਾਰੋਬਾਰ ਵੱਧਦਾ ਹੈ, ਫਿਰ ਉਹ ਵੱਡੇ ਵਪਾਰੀ ਕਹਾਉਂਦੇ ਨੇ, ਪਰ ਉਹ ਦਾਤੇ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਹੀ ਵਪਾਰ ਕਰਦੇ ਨੇ। ਦਾਤੇ ਦੇ ਗੁਣਾਂ ਨੂੰ ਵਰਤ ਕੇ ਵਪਾਰ ਕਰਦੇ ਨੇ, ਦਾਤੇ ਦੇ ਦਿੱਤੇ ਉਦਮ ਨੂੰ ਵਰਤ ਕੇ, ਦਾਤੇ ਦੇ ਸਰੀਰ ਨੂੰ ਵਰਤ ਕੇ। ਇਸ ਲਈ ਵਪਾਰੀਆਂ ਤੋਂ ਵੀ ਸਭ ਤੋਂ ਵੱਡਾ ਵਪਾਰੀ ਤੇ ਮੇਰਾ ਪ੍ਰਭੂ ਪਿਤਾ ਆਪ ਹੈ। ਗੁਰਸਿੱਖ ਬਣਜ਼ਾਰੇ ਨੇ,
ਗੁਰੂ ਪਾਤਸ਼ਾਹ ਤੋਂ ਸਿੱਖਦੇ ਨੇ, ਵਾਹਿਗੁਰੂ ਜੀ ਤੋਂ ਬਣਦ ਵਪਾਰ ਕਰਦੇ ਨੇ। ਆਖੋ ਵਾਹਿਗੁਰੂ। ਦਰਬਾਰਨ ਮਹਿ ਤੇਰੋ ਦਰਬਾਰਾ, ਸ਼ਰਨ ਪਾਲਨ ਟੀਕਾ। ਰਾਜਿਆਂ ਦੇ ਦਰਬਾਰ ਸਜਦੇ, ਕੋਰਟ ਜਿਹਨੂੰ ਕਹਿ ਦਿੰਦੇ ਆ, ਕਚਹਿਰੀ, ਦਰਗਾਹ। ਉੱਥੇ ਲੋਕ ਆਪਣਾ ਦੁੱਖ ਲੈ ਕੇ ਆਉਂਦੇ, ਦੁਖੀ ਸ਼ਰਨ ਲੈਂਦੇ। ਰਾਜਾ ਉਹਨਾਂ ਦੀ ਸ਼ਰਨ ਆਏ ਦੀ ਲਾਜ ਰੱਖਦਾ, ਉਹਨਾਂ ਦੇ ਕਾਰਜ ਸਵਾਰਦਾ। ਜਿਵੇਂ ਅੱਜ ਦੀ ਗਵਰਨਮੈਂਟ ਇੱਕ ਗਵਰਨਮੈਂਟ ਦਾ ਸਟਰਕਚਰ ਉਲੀਕ ਦਿੰਦੀ ਹੈ, ਸਾਡੀਆਂ ਲੋੜਾਂ ਸਰਕਾਰ ਪੂਰੀਆਂ ਕਰਦੀ ਹੈ। ਡੈਮੋਕ੍ਰੇਸੀ ਦੇ ਵਿੱਚ, ਅੱਜ ਦੇ ਯੁੱਗ ਵਿੱਚ, ਉਹਨਾਂ ਦਾ ਨਿਜ਼ਮ, ਉਹਨਾਂ ਦਾ ਕਾਨੂੰਨ ਹੀ ਉਹਨਾਂ ਦਾ ਦਰਬਾਰ ਹੈ। ਇਹਨਾਂ ਦੇਸ਼ਾਂ ਵਿੱਚ, ਕੈਨੇਡਾ, ਅਮਰੀਕਾ, UK, ਇੱਥੇ ਆਟੋਮੈਟਿਕਲੀ ਐਡਮਿਨਿਸਟ੍ਰੇਸ਼ਨ ਚੱਲ ਰਿਹਾ। ਨਾ ਕਿਸੇ ਨੂੰ ਰਿਸ਼ਵਤ ਦੇਣ ਦੀ ਲੋੜ ਹੈ। ਇੱਥੇ ਸਾਰੇ ਕੰਮ ਆਪਣੇ ਆਪ ਹੁੰਦੇ ਨੇ, ਆਨਲਾਈਨ ਹੋ ਜਾਂਦੇ ਨੇ। ਰਿਸ਼ਵਤ ਦੇਣ ਦੀ ਲੋੜ ਹੀ ਨਹੀਂ ਹੈ, ਕੰਮ ਨਾਲ ਨਾਲ ਹੋ ਰਹੇ ਨੇ। ਸਾਰਾ ਦਰਬਾਰ ਚੱਲ ਰਿਹਾ ਸਰਕਾਰ ਦਾ। ਇਹ ਸਾਰਾ ਕੁਝ ਰੱਬ ਦੀ ਬਣਾਈ ਕੁਦਰਤ, ਰੱਬ ਦੇ ਗੁਣ, ਉਹਦੀਆਂ ਦਾਤਾਂ, ਉਹਦੇ ਦਿੱਤੇ ਹੋਏ ਰਹਿਮਤ, ਸੋਚ ਸਦਕਾ ਚੱਲ ਰਿਹਾ ਹੈ। ਇਸ ਲਈ ਸਭ ਤੋਂ ਵੱਡਾ ਦਰਬਾਰ ਤਾਂ ਦਾਤੇ ਦਾ ਹੈ। ਦੁਨੀਆ ਦੀ ਸਰਕਾਰ ਦੀ ਕੋਈ ਸ਼ਰਨ ਲਵੇ ਤੇ ਸ਼ਾਇਦ ਉਹ ਸ਼ਰਨ ਆਏ ਦੀ ਲਾਜ ਰੱਖ ਸਕੇ ਜਾਂ ਨਾ ਰੱਖ ਸਕੇ, ਪਰ ਦਾਤਾ ਤਾਂ ਜਿਹੜਾ ਹੈ, ਮੇਰਾ ਪ੍ਰਭੂ ਪਿਤਾ ਜੀ, ਉਹਨਾਂ ਦੀ ਜੋ ਵੀ ਸ਼ਰਨ ਲੈਂਦਾ ਹੈ, ਉਹ ਸ਼ਰਨ ਆਏ ਦੀ ਲਾਜ ਰੱਖਦੇ ਨੇ। ਸ਼ਰਨ ਪਾਲਨ ਟੀਕਾ, ਆਏ ਦੀ ਲਾਜ ਰੱਖਦੇ ਨੇ। ਮੇਰੇ ਦਾਤਾ ਪ੍ਰਭੂ ਤਾਂ ਇਤਨੀਆਂ ਦਾਤਾਂ ਦਿੰਦੇ ਨੇ, ਸਾਡੀ ਝੋਲੀ ਛੋਟੀ ਹੈ। ਲਖਮੀ ਕੇਤਕ ਗਨੀ ਨ ਜਾਈਏ, ਗਨ ਨਾ ਸਕਹੁ ਸੀਕਾ। ਲక్ష్ਮੀ ਮਾਇਆ ਕਿਸੇ ਕੋਲ ਬਹੁਤ ਸਾਰੀ ਹੈ, ਕਹਿੰਦੇ ਅਮੀਰ ਹੈ, ਤੇ ਸਾਰੀ ਤਾਂ ਰੱਬ ਦੀ ਹੈ। ਮੇਰੇ ਪ੍ਰਭੂ ਪਿਤਾ ਜੀ, ਉਹਦੇ ਕੋਲੇ ਕਿੰਨੀ ਮਾਇਆ, ਧਨ ਦੌਲਤ, ਸਾਰੀ ਉਹਦੀ ਹੈ, ਗਿਣੀ ਨਹੀਂ ਜਾ ਸਕਦੀ। ਸਿੱਕਾ, ਸਿੱਕਾ, ਰੁਪਈਆ, ਪੈਸਾ, ਕਰੰਸੀ, ਹਰ ਕਰੰਸੀ ਉਹਦੀ ਬਣਾਈ ਹੋਈ ਧਾਤ ਤੋਂ ਬਣਦੀ ਹੈ। ਉਹਦੀ ਕਰੰਸੀ ਗਿਣੀ ਨਹੀਂ ਜਾ ਸਕਦੀ। ਉਹ ਮੇਰਾ ਅਮੀਰ ਪ੍ਰਭੂ ਪਿਤਾ ਹੈ। ਰਾਹੋ ਪਤਾ ਨਾ, ਪਿਤਾ ਮੇਰੋ ਬੜੋ ਧਨੀ ਅਗਮਾ। ਉਹ ਤਾਂ ਸਭ ਤੋਂ ਅਮੀਰ ਹੈ। ਨਾਮਨ ਮਹਿ ਤੇਰੋ ਪ੍ਰਭ ਨਾਮਾ, ਗਿਆਨਨ ਮਹਿ ਗਿਆਨੀ। ਕਿਸੇ ਦਾ ਨਾਮਣਾ ਹੁੰਦਾ ਹੈ, ਉਹ ਫੇਮਸ ਹੋ ਜਾਂਦਾ, ਪ੍ਰਸਿੱਧ ਹੋ ਜਾਂਦਾ। ਫੇਮਸ ਹੁੰਦਾ ਹੈ ਬੋਲਾਂ ਕਰਕੇ, ਗੁਣਾ ਕਰਕੇ, ਬਿਹੇਵੀਅਰ ਕਰਕੇ। ਇਹ ਸਾਰੇ ਦਾਤੇ ਦੇ ਦਿੱਤੇ ਹੋਏ ਨੇ। ਨਾਮਣਾ ਖੱਟਣ ਵਾਲਿਆਂ ਵਿੱਚੋਂ, ਫੇਮਸ ਹੋਣ ਵਾਲਿਆਂ ਵਿੱਚੋਂ ਸਭ ਤੋਂ ਵੱਡੇ ਨਾਮਣਾ ਵਾਲੇ ਤਾਂ ਮੇਰੇ ਪ੍ਰਭੂ ਪਿਤਾ ਜੀ ਨੇ। ਕਿਸੇ ਕੋਲ ਗਿਆਨ ਹੋਵੇ, ਲੋਕ ਉਹਦਾ ਸਤਿਕਾਰ ਕਰਦੇ ਨੇ, ਉਹਨੂੰ ਬੜਾ ਵਿਦਵਾਨ, ਗਿਆਨੀ ਕਹਿੰਦੇ ਨੇ, ਪਰ ਉਹ ਗਿਆਨ ਤਾਂ ਦਾਤੇ ਤੋਂ ਲਿਆ ਹੋਇਆ। ਮੇਰੇ ਦਾਤਾ ਪ੍ਰਭੂ ਜੀ ਸਭ ਤੋਂ ਵੱਡੇ ਗਿਆਨੀ ਨੇ। ਗਿਆਨਨ ਮਹਿ ਗਿਆਨੀ, ਜੁਗਤਨ ਮਹਿ ਤੇਰੀ ਪ੍ਰਭ ਜੁਗਤਾ, ਇਸ਼ਨਾਨਨ ਮਹਿ ਇਸ਼ਨਾਨੀ। ਉਸ ਨੂੰ ਜੇ ਕੋਈ ਚਾਹੁੰਦਾ ਹੈ ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਵਾਂ, ਤਾਂ ਉਹਦੇ ਲਈ ਜੋ ਵੀ ਜੁਗਤ ਹੈ, ਜੋ ਵੀ ਤਰੀਕਾ ਹੈ, ਉਹ ਸਾਰਾ ਤਰੀਕਾ ਮੇਰੇ ਦਾਤੇ ਦੀ ਰਹਿਮਤ ਹੈ। ਕੋਈ ਚਾਹੁੰਦਾ ਹੈ ਕਿ ਮੈਂ ਇਸ ਕੁਦਰਤ ਦੇ ਕਰਿਸ਼ਮਿਆਂ ਵਿੱਚੋਂ ਦਾਤੇ ਦੇ ਕੌਤਕ ਨੂੰ ਤੱਕਾਂ। ਉਹ ਜਿੰਨੀਆਂ ਜੁਗਤਾਂ ਨੇ, ਸਾਰੀਆਂ ਜੁਗਤਾਂ ਦੇ ਵਿੱਚ, ਜੁਗਤਨ ਮੈਂ ਤੇਰੀ ਪ੍ਰਭ ਜੁਗਤਾ, ਤੇਰੀ ਹੋਈ ਤੇ ਜੁਗਤ ਚੱਲ ਰਹੀ ਹੈ, ਤੇਰੇ ਹੀ ਤੇ ਤਰੀਕੇ ਚੱਲ ਰਹੇ ਨੇ, ਤੇਰਾ ਹੀ ਨਿਜ਼ਮ ਚੱਲ ਰਿਹਾ ਹੈ। ਇਸ਼ਨਾਨਨ ਮੈਂ ਇਸ਼ਨਾਨੀ, ਕੋਈ ਇਸ਼ਨਾਨ ਕਰਦਾ ਹੈ ਤੀਰਥ ਯਾਤਰਾ ਤੇ ਜਾ ਕੇ, ਪਾਣੀ ਕਿਹਦਾ ਹੈ? ਪ੍ਰਭੂ ਦਾ। ਇਹਦਾ ਮਤਲਬ ਇਸ਼ਨਾਨੀ ਤੇ ਉਹ ਆਪ ਹੈ। ਉਹ ਤਾਂ ਕਮਾਲ ਹੈ, ਮਨੁੱਖ ਦੇ ਅੰਦਰ ਬੈਠ ਕੇ ਗਿਆਨ ਦਾ ਇਸ਼ਨਾਨ ਕਰਵਾ ਦਿੰਦਾ ਹੈ, ਨਾਮ ਦਾ ਇਸ਼ਨਾਨ ਕਰਾ ਦਿੰਦਾ ਹੈ। ਐਸੇ ਨੇ ਮੇਰੇ ਪ੍ਰਭੂ ਪਿਤਾ ਜੀ। ਇਹ ਮਹਿਸੂਸ ਕਰਨਾ ਹੈ। ਸਿੱਧਨ ਮੈਂ ਤੇਰੀ ਪ੍ਰਭ ਸਿੱਧਾ, ਕਰਮਨ ਸਿਰ ਕਰਮ। ਕੋਈ ਸਿੱਧ ਬਣਦਾ ਹੈ ਆਪਣੇ ਜੀਵਨ ਨੂੰ ਸਿੱਧੇ ਪਾਸੇ ਲਾਉਣ ਵਾਸਤੇ। ਸਾਰੀ ਉਹ ਦਾਤੇ ਦੀ ਰਹਿਮਤ, ਦਾਤੇ ਦੀ ਸੋਝੀ, ਉਹਦੀ ਬਖਸ਼ਿਸ਼ ਕਰਕੇ ਸਭ ਤੋਂ ਵੱਡਾ ਸਿੱਧ ਤੋਂ ਆਪ ਹੈ। ਕਰਮਨ ਸਿਰ ਕਰਮ, ਸਿੱਧਨ ਇਹ ਵੀ ਕਹਿ ਲਓ ਵੀ ਸਫਲਤਾ। ਸਿੱਧ ਸਫਲਤਾ ਵੀ ਹੁੰਦੀ ਹੈ। ਸਫਲ ਹੋਣ ਵਾਲਿਆਂ ਵਿੱਚੋਂ ਸਭ ਤੋਂ ਸਫਲ ਆਪ ਹੈ, ਰੱਬ, ਮੇਰੇ ਪ੍ਰਭੂ ਪਿਤਾ ਜੀ। ਕਰਮ ਕਰਨ ਵਾਲਿਆਂ ਵਿੱਚੋਂ ਸਭ ਤੋਂ ਵੱਡੇ ਕਰਮ ਉਹਦੇ ਹੀ ਚੱਲ ਰਹੇ ਨੇ, ਚੱਲ ਹੀ ਉਹਦਾ ਰਿਹਾ ਸਭ ਕੁਛ। ਆਗਿਆ ਮਹਿ ਤੇਰੀ ਪ੍ਰਭ ਆਗਿਆ, ਹੁਕਮਨ ਸਿਰ ਹੁਕਮਾ। ਜਿਨ੍ਹਾਂ ਦੇ ਲੋਕ ਸਤਿਕਾਰ ਕਰਦੇ ਨੇ, ਉਹਨਾਂ ਦਾ ਫਿਰ ਹੁਕਮ ਚੱਲਦਾ ਹੈ, ਉਹਨਾਂ ਦੀ ਆਗਿਆ ਵਿੱਚ ਤੁਰਦੇ ਨੇ। ਪਰ ਸਭ ਤੋਂ ਵੱਡੀ ਆਗਿਆ, ਸਭ ਤੋਂ ਵੱਡਾ ਹੁਕਮ ਤੇ ਮੇਰੇ ਪ੍ਰਭੂ ਪਿਤਾ ਜੀ ਦਾ ਹੈ।
ਆ ਸਾਰੀ ਕੁਦਰਤ ਉਹਦੇ ਬਣਾਏ ਨਿਜ਼ਮ ਵਿੱਚ ਚੱਲ ਰਹੀ ਹੈ, ਉਹਦੇ ਨਿਜ਼ਮ ਤੋਂ ਬਿਨਾਂ ਪਤਾ ਨਹੀਂ ਚੱਲ ਸਕਦਾ। ਸਭ ਕੁਝ ਉਹਦੇ ਕੰਟਰੋਲ ਵਿੱਚ ਚੱਲ ਰਿਹਾ ਹੈ। ਆ ਰੱਬ ਦੀ ਬਣਾਈ ਕੁਦਰਤ ਦੇ ਵਿੱਚ, ਯੂਨੀਵਰਸ ਦੇ ਵਿੱਚ ਕਮਾਲ ਦਾ, ਸਾਡੀ ਸੋਚ ਸਮਝ ਤੋਂ ਪਰੇ ਦਾ ਇਨਫਿਨਾਈਟ ਇੱਕ ਹਿਡਨ ਨੈਟਵਰਕ ਚੱਲ ਰਿਹਾ ਹੈ। ਸਭ ਕੁਝ ਉਸ ਨੈਟਵਰਕ ਵਿੱਚ ਚੱਲ ਰਿਹਾ ਹੈ। ਧਰਤੀ ਘੁੰਮਦੀ ਹੈ, ਇਹਦੀ ਘੁੰਮਣ ਦੀ ਇੱਕ ਸਪੀਡ ਹੈ। ਘੁੰਮਦੀ ਘੁੰਮਦੀ ਸੂਰਜ ਦੇ ਦੁਆਲੇ ਚੱਕਰ ਲਾਉਂਦੀ ਹੈ, ਉਹਦੀ ਵੀ ਇੱਕ ਸਪੀਡ ਹੈ, ਇੱਕ ਰੂਟ ਹੈ। ਧਰਤੀ ਵਰਗੇ ਹੋਰ ਵੀ ਗ੍ਰਹਿ ਨੇ, ਕਿੰਨੇ ਤਾਰੇ ਨੇ। ਹਰ ਤਾਰਾ ਧਰਤੀ ਤੋਂ ਵੱਡਾ ਹੈ, ਦੂਰ ਹੋਣ ਕਰਕੇ ਛੋਟਾ ਦਿਸਦਾ ਹੈ। ਸਾਰੇ ਚੱਲਦੇ ਨੇ, ਇੱਕ ਰੂਟ ਹੈ, ਇੱਕ ਇਹਨਾਂ ਦੀ ਸਪੀਡ ਹੈ। ਕੌਣ ਕੰਟਰੋਲ ਕਰ ਰਿਹਾ ਹੈ? ਜਿਵੇਂ ਇੱਕ ਲੈਪਟਾਪ ਹੈ, ਕੰਪਿਊਟਰ ਹੈ, ਮੋਬਾਈਲ ਫੋਨ ਹੈ, ਕੋਈ ਆਈਪੈਡ ਹੈ, ਉਹ ਡਿਵਾਈਸ ਦੇ ਵਿੱਚ ਇੱਕ ਸਿਸਟਮ ਹੈ। ਐਪਲ ਵਾਲਿਆਂ ਦਾ iOS ਸਿਸਟਮ ਹੈ। ਕੰਪਿਊਟਰ ਦੇ ਵਿੱਚ ਵਿੰਡੋ ਆਪਰੇਟਿੰਗ ਸਿਸਟਮ ਹੈ। ਐਪਲ ਵਾਲਿਆਂ ਦਾ iOS ਆਪਰੇਟਿੰਗ ਸਿਸਟਮ ਹੈ। ਉਹ ਆਪਰੇਟਿੰਗ ਸਿਸਟਮ ਸਾਰੇ ਕੁਝ ਨੂੰ ਚਲਾ ਰਿਹਾ ਹੈ। ਤੇ ਸਾਡੇ ਅੰਦਰ ਦਿਮਾਗ ਹੈ, ਨਿਊਰੋਨ ਸਿਸਟਮ ਹੈ, ਉਹ ਸਾਡੇ ਇਸ ਸਰੀਰ ਦਾ ਆਪਰੇਟਿੰਗ ਸਿਸਟਮ ਹੈ। ਉਹ ਸਾਰੇ ਸਰੀਰ ਨੂੰ ਚਲਾ ਰਿਹਾ ਹੈ, ਨਾੜੀਆਂ 'ਚ ਖੂਨ ਚਲਾ ਰਿਹਾ ਹੈ, ਸਵਾਸ ਚੱਲ ਰਹੇ ਨੇ। ਤੇ ਸਮੁੱਚੇ ਯੂਨੀਵਰਸ ਵਿੱਚ ਇਨਫਿਨਾਈਟ ਆਪਰੇਟਿੰਗ ਸਿਸਟਮ, ਬਹੁਤ ਵੱਡਾ ਇੱਕ ਆਪਰੇਟਿੰਗ ਸਿਸਟਮ ਚੱਲ ਰਿਹਾ ਹੈ। ਤੇ ਸਭ ਕੁਝ ਉਹਦੀ ਕੰਟਰੋਲ ਵਿੱਚ ਹੈ, ਉਹਦੇ ਹੁਕਮ ਵਿੱਚ ਹੈ। ਮੇਰੇ ਪ੍ਰਭੂ ਪਿਤਾ ਦਾ ਆਪਰੇਟਿੰਗ ਸਿਸਟਮ, ਨਿਜ਼ਮ ਸਭ ਨੂੰ ਚਲਾ ਰਿਹਾ ਹੈ। ਉਹ ਨਿਜ਼ਮ ਦੇ ਝਲਕਾਰੇ ਅਸੀਂ ਕੁਦਰਤ ਦੇ ਕ੍ਰਿਸ਼ਮਿਆਂ ਵਿੱਚੋਂ, ਨੈਚੁਰਲ ਫੋਰਸਿਸ, ਕੁਦਰਤੀ ਸ਼ਕਤੀਆਂ ਵਿੱਚੋਂ ਲੱਭ ਸਕਦੇ ਹਾਂ। ਸਭ ਕੁਝ ਉਹਦੀ ਆਗਿਆ ਵਿੱਚ ਹੈ, ਮੇਰੇ ਪ੍ਰਭੂ ਪਿਤਾ ਦੀ। ਸਾਰਿਆਂ ਤੇ ਉਹਦਾ ਹੁਕਮ ਚੱਲਦਾ ਹੈ, ਨਿਜ਼ਮ ਚੱਲਦਾ ਹੈ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਹੈ ਮੇਰੇ ਪ੍ਰਭੂ ਪਿਤਾ ਜੀ, ਸਾਡੇ ਕੋਲ ਕਿਹੜੀ ਤਾਕਤ ਹੈ? ਇਹ ਤਾਂ ਜਿਵੇਂ ਤੁਸੀਂ ਬੁਲਾਉਂਦੇ ਹੋ ਉਵੇਂ ਅਸੀਂ ਬੋਲਦੇ ਹਾਂ। ਇਹ ਬੋਲ ਸਾਡੇ ਨਹੀਂ, ਅਸੀਂ ਤਾਂ ਗੁਰੂ ਪਾਤਸ਼ਾਹ ਦੀ ਸੰਗਤ ਵਿੱਚੋਂ ਜਿੰਨੀ ਕੁ ਸੋਝੀ ਆਈ ਸਿੱਖ ਲਿਆ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਹੈ ਨਾਨਕ ਜੀ, ਰੱਬ ਦੀ ਸੰਗਤ, ਗੁਰੂ ਦੀ ਸੰਗਤ। ਸੰਗਤ ਕੀ ਹੁੰਦਾ ਹੈ? ਕਿਸੇ ਤੋਂ ਪ੍ਰਭਾਵਿਤ ਹੋ ਕੇ ਬਦਲ ਜਾਣਾ ਸੰਗਤ ਹੁੰਦੀ ਹੈ। ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਬਦਲ ਜਾਣਾ ਗੁਰੂ ਪਾਤਸ਼ਾਹ ਦੀ ਗੁਰਬਾਣੀ ਦੀ ਸੰਗਤ ਹੈ। ਰੱਬ ਦੇ ਕ੍ਰਿਸ਼ਮਿਆਂ ਨੂੰ ਦੇਖ ਕੇ, ਰੱਬ ਦੇ ਇਸ ਨੈਟਵਰਕ ਨੂੰ ਦੇਖ ਕੇ, ਰੱਬ ਦੀਆਂ ਰਹਿਮਤਾਂ ਨੂੰ ਅਨੁਭਵ ਕਰਕੇ ਬਦਲ ਜਾਣਾ ਰੱਬ ਦੀ ਸੰਗਤ ਹੈ। ਉਸ ਸੰਗਤ ਵਿੱਚੋਂ ਸਿੱਖ ਕੇ, ਹੇ ਨਾਨਕ ਜੀ, ਇਹ ਜਸ ਗਾ ਰਹੇ ਹਾਂ। ਸਾਧ ਸੰਗ ਨਾਨਕ ਜਸ ਗਾਇਓ, ਗਾ ਰਿਹਾ ਹਾਂ। ਜੋ ਪ੍ਰਭ ਕੀ ਅਤ ਪਿਆਰੀ, ਇਹ ਪ੍ਰਭੂ ਦੀ ਬੜੀ ਪਿਆਰੀ ਰੀਤ ਹੈ। ਜਿਹੜੀ ਸੋਚ ਪ੍ਰਭੂ ਦੀ ਪਿਆਰੀ ਬਣ ਜਾਂਦੀ ਹੈ, ਜਿਸ ਦੇ ਅੰਦਰ ਗੂੜੀ ਪ੍ਰੀਤ ਬਣ ਜਾਂਦੀ ਹੈ, ਉਹਦੇ ਜਸ ਨੂੰ ਗਾਉਂਦੇ ਨੇ, ਉਹਦੇ ਪਿਆਰ ਵਿੱਚ ਭਿੱਜੇ ਰਹਿੰਦੇ ਨੇ। ਗੁਰੂ ਪਿਤਾ ਜੀ ਕਿਰਪਾ ਕਰਨ, ਜਿੰਨੀ ਕੁ ਬਾਣੀ ਪੜ੍ਹੀਏ, ਸਮਝੀਏ, ਉਹਨੂੰ ਜ਼ਿੰਦਗੀ 'ਚ ਜਿਉਣ ਦਾ ਯਤਨ ਕਰੀਏ। ਕੱਲ ਨੂੰ ਫਿਰ 508 ਅੰਗ ਦੀ ਵਿਚਾਰ ਲੈ ਕੇ ਤੁਹਾਡੇ ਘਰ, ਤੁਹਾਡੇ ਸਨਮੁਖ ਹਾਜ਼ਰ ਹੋਵਾਂਗਾ। ਤਦ ਤੱਕ ਲਈ ਗੁਰੂ ਫਤਿਹ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।